सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसी सारे वधिया होने आ। अज दी क्लास विच आपां बाल विकास ते सिक्ख्या शास्त्र दे कुछ प्रश्नां नूं डिस्कस करन जा रहे हां। ये क्लास तुहाडे पीएस टैट सी टैट एंड एस टैट एग्जाम लई काफ़ी इंपॉर्टेंट है। सो अज दी क्लास नूं तुसी बड़े ही ध्यान नाल सुनना है। जिहड़े भी आपां प्रश्नां नूं सॉल्व करांगे, कोशिश करियो वीडियो नूं पॉज करन तो बाद तुसी उन्हां प्रश्नां नूं अटैम्प्ट करन दी कोशिश करियो। खुद ही उन्हां प्रश्नां दा जिहड़ा जवाब हैगा जी वो देण दी कोशिश करियो, फिर ही तुसी पीएस टैट दी परीक्षा नूं आराम नाल क्लीयर कर सकदे हो। सो दोस्तों, आपां ज़्यादा समां तां नहीं लैंदे, आपां वीडियो नूं शुरू करन जा रहे हां। एंड वीडियो नूं शुरू करन तो पहलां चैनल नूं सबसक्राइब तुसी जरूर कर लिओ एंड इस क्लास नूं लाइक भी कर दिओ। सो अज दी क्लास विच आपां जिहड़े कुछ प्रश्नां नूं डिस्कस करन जा रहे हां, इन्हां प्रश्नां तुसी बड़े ही ध्यान नाल वेखना है ते समझ के इन्हां दा जिहड़ा जवाब हैगा जी ये देण दी कोशिश करनी है। पहले प्रश्न नूं वेखो जी, की लिखिया होया, विच ऑफ द फॉलोइंग इज नॉट रिलेटेड टू द सोशो साइकोलॉजिकल नीड ऑफ द चाइल्ड। हेठ लिखिया विचों किहड़ा बच्चे दियां समाजिक मनोविग्यानिक लोड़ां नाल संबंधित नहीं है। ऑप्शन नंबर ए वेखो, नीड फॉर एप्रीसीएशन और सोशल अप्रूवल, प्रशंसा जां समाजिक प्रवानगी दी लोड़। ਜਿਹਦੇ ਵਿੱਚ ਪ੍ਰਸ਼ਨ ਨੂੰ ਪਹਿਲਾਂ ਤੁਸੀਂ ਧਿਆਨ ਨਾਲ ਪੜੋ। ਇਹਦੇ ਵਿੱਚ ਇਹਨਾਂ ਨੇ ਸੋਸ਼ੀਓ ਸਾਈਕੋਲੋਜੀਕਲ ਨੀਡਸ ਦੀ ਗੱਲ ਕੀਤੀ ਹੈ ਕਿ ਇਹੋ ਜਿਹੀ ਕਿਹੜੀ ਚੀਜ਼ ਹੈਗੀ ਹੈ ਇਹਨਾਂ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ। ਭਾਵ ਇਹ ਕਿ ਤਿੰਨ ਆਪਸ਼ਨਾਂ ਤਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਕਿ ਬੱਚੇ ਦੀਆਂ ਸਾਈਕੋਲੋਜੀਕਲ ਨੀਡਸ ਹੋਣਗੀਆਂ, ਬਟ ਇੱਕ ਆਪਸ਼ਨ ਇਹੋ ਜਿਹੀ ਹੋਊਗੀ ਜਿਹੜੇ ਕਿ ਉਹਨਾਂ ਤਿੰਨਾਂ ਨਾਲੋਂ ਡਿਫਰੈਂਟ ਹੋਣੀ ਆ। ਵੇਖੋ ਜੀ, ਪਹਿਲੇ 'ਚ ਤਾਂ ਲਿਖਿਆ ਹੋਇਆ ਕਿ ਬੱਚੇ ਨੂੰ ਐਪਰੀਸ਼ੀਏਸ਼ਨ ਦੀ ਲੋੜ ਪੈਂਦੀ ਹੈ ਤੇ ਸੋਸ਼ਲ ਅਪਰੂਵਲ ਦੀ ਲੋੜ ਪੈਂਦੀ ਹੈ। ਸੋਸ਼ਲ ਅਪਰੂਵਲ ਤੋਂ ਕੀ ਭਾਵ ਹੈਗਾ ਜੀ, ਜਿਵੇਂ ਕਿ ਤੁਸੀਂ ਕੋਈ ਵੀ ਕੰਮ ਸਮਾਜ ਵਿੱਚ ਕਰਦੇ ਹੋ ਤੇ ਕੀ ਸਮਾਜ ਵਿੱਚ ਉਹ ਜਿਹੜਾ ਕੰਮ ਹੈਗਾ ਆ ਉਹਨੂੰ ਮਤਲਬ ਚੰਗਾ ਮੰਨਿਆ ਜਾਂਦਾ ਕਿ ਮਾੜਾ ਮੰਨਿਆ ਜਾਂਦਾ ਹੈ। ਸੋ ਤੁਸੀਂ ਉਹੀ ਕੰਮ ਕਰੋਗੇ ਨਾ। ਮਤਲਬ ਐਵੇਂ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਨੂੰ ਜਾ ਕੇ ਗਾਲਾਂ ਕੱਢਣ ਲੱਗ ਜਾਂਦੇ ਹੋ। ਇਹ ਫਿਰ ਇਹਦੇ ਲਈ ਸੁਸਾਇਟੀ ਐਕਸੈਪਟ ਨਹੀਂ ਕਰਦੀ ਤੇ ਤੁਹਾਨੂੰ ਪਨਿਸ਼ਮੈਂਟ ਵੀ ਮਿਲਦੀ ਹੈ। ਸੋ ਇਹ ਵੀ ਮਤਲਬ ਕੀ ਹੈ, ਸੋਸ਼ਲ ਨੀਡ ਫॉर ਅਪਰੀਸ਼ੀਏਸ਼ਨ ਔਰ ਸੋਸ਼ਲ ਅਪਰੂਵਲ, ਪ੍ਰਸ਼ੰਸਾ ਜਾਂ ਸਮਾਜਿਕ ਪ੍ਰਵਾਨਗੀ ਦੀ ਲੋੜ। ਕਿ ਇਹ ਤੁਹਾਨੂੰ ਲੱਗਦਾ ਹੈ ਕਿ ਸੋਸ਼ੋ ਸਾਈਕੋਲੋਜੀਕਲ ਨੀਡਸ ਹੈਗੀ ਬੱਚੇ ਦੀ। ਆਪਸ਼ਨ ਨੰਬਰ ਬੀ 'ਚ ਲਿਖਿਆ ਹੋਇਆ ਕਿ ਨੀਡ ਫॉर ਇਮੋਸ਼ਨਲ ਸਿਕਿਉਰਿਟੀ। ਕੀ ਲਿਖਿਆ ਸੀਗਾ ਜੀ, ਨੀਡ ਫॉर ਇਮੋਸ਼ਨਲ ਸਿਕਿਉਰਿਟੀ ਦਾ ਭਾਵ ਇਹ ਹੈ ਕਿ ਭਾਵਨਾਤਮਕ ਸੁਰੱਖਿਆ ਦੀ ਲੋੜ। ਬੱਚਿਆਂ ਨੂੰ ਇਮੋਸ਼ਨਲ ਸਿਕਿਉਰਿਟੀ ਦੀ ਲੋੜ ਪੈਂਦੀ ਹੈ। ਜਿਵੇਂ ਕਿ ਬੱਚੇ ਕਦੇ ਕਦੇ ਰੋਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੂੰ ਚੁੱਪ ਕਰਾਇਆ ਜਾਂਦਾ ਹੈ ਉਹਨਾਂ ਦੇ ਮਾਪਿਓ ਦੁਆਰਾ। ਇਸੇ ਤਰ੍ਹਾਂ ਹੀ ਹੋਰ ਵੀ ਕਾਫੀ ਜ਼ਿਆਦਾ ਬੱਚਿਆਂ ਨੂੰ ਇਮੋਸ਼ਨਲ ਸਿਕਿਉਰਿਟੀ ਦੀ ਲੋੜ ਪੈਂਦੀ ਹੈ, ਲਾਡ ਪਿਆਰ ਦੀ ਲੋੜ ਪੈਂਦੀ ਹੈ। ਆਪਸ਼ਨ ਨੰਬਰ ਸੀ ਵੇਖੋ, ਰੈਗੂਲਰ ਐਲੀਮੀਨੇਸ਼ਨ ਆਫ ਵੇਸਟ ਪ੍ਰੋਡਕਟ ਫਰੋਮ ਦਾ ਬੋਡੀ, ਸਰੀਰ ਤੋਂ ਰਹਿੰਦ ਖੁੰਦ ਨੂੰ ਨਿਯਮਿਤ ਤੌਰ 'ਤੇ ਖਤਮ ਕਰਨਾ। ਜਿਵੇਂ ਕਿ ਬੱਚੇ ਫਰੈਸ਼ ਹੋਣ ਜਾਂਦੇ ਨੇ ਮਾਰਨਿੰਗ ਦੇ ਵਿੱਚ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਬੱਚੇ ਦੀ ਸਾਈਕੋਲੋਜੀਕਲ ਨੀਡਸ ਨਹੀਂ ਹੈਗੀ, ਸੋਸ਼ੀਓ ਸਾਈਕੋਲੋਜੀਕਲ ਨੀਡਸ ਦੀ ਇਹ ਗੱਲ ਕਰ ਰਹੇ ਆ? ਜਾਂ ਫਿਰ ਆਪਸ਼ਨ ਨੰਬਰ ਡੀ, ਨੀਡ ਫॉर ਕੰਪਨੀ, ਕੰਪਨੀ ਦੀ ਲੋੜ, ਸੰਗਤ ਦੀ ਲੋੜ। ਜਿਵੇਂ ਕਿ ਉਹਨਾਂ ਦੇ ਜਿਹੜੇ ਸਾਥੀ ਹੋ ਸਕਦੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਦੋਸਤ ਹੋ ਸਕਦੇ ਆ ਜੀ। ਕੀ ਉਹਨਾਂ ਦੀ ਜਿਹੜੀ ਲੋੜ ਹੈਗੀ ਆ ਇਹ ਜ਼ਰੂਰੀ ਹੈ ਜਦੋਂ ਆਪਾਂ ਸੋਸ਼ੀਓ ਸਾਈਕੋਲੋਜੀਕਲ ਨੀਡ ਦੀ ਗੱਲ ਕਰਦੇ ਹਾਂ। ਸੋ ਦੋਸਤੋ, ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਹੋਏਗਾ ਜੀ ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਜਵਾਬ ਕਿਉਂ ਸਹੀ ਹੈ ਜੀ, ਕਿਉਂਕਿ ਇਹ ਜਿਹੜੀ ਹੈਗੀ ਆ ਸੋਸ਼ੀਓ ਸਾਈਕੋਲੋਜੀਕਲ ਭਾਵ ਸਮਾਜਿਕ ਮਨੋਵਿਗਿਆਨ, ਜਿਹੜੀਆਂ ਮਨੋਵਿਗਿਆਨਿਕ ਲੋੜਾਂ ਹੁੰਦੀਆਂ ਨੇ ਉਹਦਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਆਪਸ਼ਨ ਨੰਬਰ ਸੀ ਨਾਲ। ਇਹਦੇ ਵਿੱਚ ਤਾਂ ਇਹਨਾਂ ਨੇ ਬੋਡੀ ਦੀ ਗੱਲ ਕੀਤੀ ਹੈ ਤੇ ਬਾਕੀ ਜਦੋਂ ਚੀਜ਼ਾਂ ਤੁਸੀਂ ਵੇਖਦੇ ਹੋ ਕਿ ਆਪਸ਼ਨ ਨੰਬਰ ਡੀ, ਬੀ ਤੇ ਏ, ਇਹਦੇ ਵਿੱਚ ਕਿਤੇ ਨਾ ਕਿਤੇ ਸਮਾਜ ਜਿਹੜਾ ਹੈਗਾ ਜੀ ਉਹ ਰੋਲ ਪਲੇ ਕਰ ਰਿਹਾ। ਬਟ ਆਪਸ਼ਨ ਨੰਬਰ ਸੀ ਦੇ ਵਿੱਚ ਜਿਹੜੀਆਂ ਬਾਇਓਲੋਜੀਕਲ ਚੀਜ਼ਾਂ ਹੈਗੀਆਂ ਨੇ ਜੀ, ਬਾਇਓਲੋਜੀਕਲ ਫੈਕਟਰ ਹੈਗੇ ਨੇ ਜੀ, ਉਹ ਪ੍ਰਭਾਵਿਤ ਕਰ ਰਹੇ ਆ ਬੱਚੇ ਨੂੰ। ਸੋ ਆਪਸ਼ਨ ਨੰਬਰ ਸੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋ ਗਿਆ। ਐਂਡ ਆਪਾਂ ਕੀ ਕਰਾਂਗੇ ਜੀ, ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਰੀਡ ਕਰਾਂਗੇ, ਐਡਜਸਟਮੈਂਟ ਮੀਨਸ ਅਕੋਮੋਡੇਟਿੰਗ ਵਨਸੈਲਫ ਟੂ ਵੇਰੀਅਸ ਸਰਕਮਸਟੈਂਸਿਸ ਇਨ ਆਰਡਰ ਟੂ ਸੈਟਿਸਫਾਈ। ਕਿ ਐਡਜਸਟਮੈਂਟ ਜਿਹੜੀ ਹੁੰਦੀ ਹੈ, ਐਡਜਸਟਮੈਂਟ ਦਾ ਮਤਲਬ ਹੈ ਸੰਤੁਸ਼ਟ ਕਰਨ ਲਈ ਆਪਣੇ ਆਪ ਨੂੰ ਵੱਖ-ਵੱਖ ਸਥਿਤੀਆਂ ਵਿੱਚ ਅਨੁਕੂਲ ਬਣਾਉਣਾ। ਕੀ ਕਰਨਾ ਜੀ, ਅਨੁਕੂਲ ਬਣਾਉਣਾ। ਐਕੋਮੋਡੇਟਿੰਗ ਵਨਸੈਲਫ ਟੂ ਵੇਰੀਅਸ ਸਰਕਮਸਟੈਂਸਿਸ ਭਾਵ ਕਿ ਸਿਚੁਏਸ਼ਨਾਂ ਅਲੱਗ-ਅਲੱਗ ਹੋ ਸਕਦੀਆਂ ਨੇ। ਸੋ ਆਪਾਂ ਕਿਉਂ ਐਡਜਸਟਮੈਂਟ ਕਰਦੇ ਹਾਂ, ਹੋਰ ਮੋਟਿਵ ਇਰਾਦੇ ਲਈ, ਗੋਲਸ ਲਈ ਜਾਂ ਫਿਰ ਲੋੜਾਂ ਲਈ। ਸੋ ਇਹਦਾ ਸਹੀ ਜਵਾਬ ਹੋਗਾ ਜੀ, ਕੀ ਹੋਊਗਾ, ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਕਿ ਆਪਦੀਆਂ ਜਿਹੜੀਆਂ ਨੀਡਸ ਹੁੰਦੀਆਂ ਨੇ, ਲੋੜਾਂ ਦੀ ਪੂਰਤੀ ਕਰਨ ਲਈ ਆਪਾਂ ਐਡਜਸਟਮੈਂਟ ਕਰਦੇ ਹਾਂ। ਐਡਜਸਟਮੈਂਟ ਮੀਨਸ
ਅਕਮੋਡੇਟਿੰਗ oneself to various circumstances in order to satisfy ਕਿ ਵੱਖ-ਵੱਖ ਸਥਿਤੀਆਂ ਦੇ ਅਨੁਕੂਲ ਬਣਾਉਣਾ ਆਪਾਂ ਕੀ ਕਰਦੇ ਹਾਂ ਕੀ ਸੰਤੁਸ਼ਟ ਕਰਨ ਲਈ ਆਪਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਲੋੜਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਆਪਾਂ ਕੀ ਕਰਦੇ ਹਾਂ ਐਡਜਸਟਮੈਂਟ ਕਰਦੇ ਹਾਂ। ਸੋ ਆਪਸ਼ਨ ਨੰਬਰ ਡੀ ਨੂੰ ਤੁਸੀਂ ਕਰ ਲਓ ਟਿਕ। ਆਪਾਂ ਕੀ ਕਰਾਂਗੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਨੂੰ ਆਪਾਂ ਧਿਆਨ ਨਾਲ ਵੇਖਣਾ ਹੈ ਜਿਹਦੇ ਵਿੱਚ ਵੇਖਦੇ ਹਾਂ ਕਿ ਕੁਐਸਚਨ ਵਿੱਚ ਕੀ ਪੁੱਛਿਆ ਜਾ ਰਿਹਾ ਹੈ। ਅ ਟੀਚਰ ਕੈਨ ਡਿਵੈਲਪ ਸੋਸ਼ਲ ਵੈਲਿਊਜ਼ ਅਮੰਗ ਸਟੂਡੈਂਟਸ ਬਾਏ ਇੱਕ ਅਧਿਆਪਕ ਦੁਆਰਾ ਵਿਦਿਆਰਥੀਆਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਦਾ ਵਿਕਾਸ ਕਰ ਸਕਦਾ ਹੈ। ਕਿਵੇਂ ਕਰ ਸਕਦਾ ਹੈ? ਜੇਕਰ ਆਪਾਂ ਗੱਲ ਕਰੀਏ ਇੱਕ ਟੀਚਰ ਹੈ ਜਿਹੜਾ ਉਹ ਬੱਚਿਆਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਦਾ ਜਿਹੜੀ ਡਿਵੈਲਪਮੈਂਟ ਹੈਗੀ ਉਹ ਕਿਵੇਂ ਕਰ ਸਕਦਾ। ਮੰਨ ਲਓ ਤੁਸੀਂ ਉਸ ਟੀਚਰ ਦੀ ਥਾਂ ਤੇ ਹੈਗੇ ਹੋ। ਮੈਂ ਤੁਹਾਨੂੰ ਇਹ ਪ੍ਰਸ਼ਨ ਪੁੱਛ ਰਿਹਾ ਕਿ ਕਿਉਂਕਿ ਆਪਣੇ ਚੈਨਲ ਤੇ ਵੇਖਣ ਵਾਲੇ ਕਾਫੀ ਸਾਰੇ ਵਿਊਅਰ ਸਕੂਲਾਂ ਵਿੱਚ ਵੀ ਪੜ੍ਹਾ ਰਹੇ ਨੇ, ਕੁਝ ਸਟੂਡੈਂਟ ਹੋਣਗੇ ਬਟ ਕਾਫੀ ਸਾਰੇ ਸਾਥੀ ਸਕੂਲਾਂ ਵਿੱਚ ਵੀ ਟੀਚ ਕਰ ਰਹੇ ਨੇ। ਜੇਕਰ ਤੁਸੀਂ ਟੀਚਰ ਹੋਵੋਗੇ ਤੇ ਬੱਚਿਆਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਬਾਰੇ ਕਿਵੇਂ ਬੱਚਿਆਂ ਨੂੰ ਪੜ੍ਹਾ ਸਕਦੇ ਹੋ, मतलब इनकलकेट किवें करोगे बच्चों के विच। ऑप्शन नंबर ए नूं पढ़ो टेलिंग दैम अबाउट ग्रेट पीपल कि तुसीं उन्हां नूं महान लोकां बारे दसो। उन्हां नूं महान लोकां बारे दस के कि तुहानूं लगदा है कि बच्चों विच आपां समाजिक कदरां कीमतां बारे डिवैलपमेंट हैगी वो कर सकते हैं। या फिर ऑप्शन नंबर बी डिवैलपिंग अ सेंस ऑफ डिसिपलिन अनुशासन की भावना का विकास करना कि जिहड़ी डिसिपलिन हैगा जी अनुशासन है जिहड़ा अपना ओहदी जिहड़ी भावना हैगी आ बच्चे विच ओहदा विकास करना शुरू करांगे। बच्चों की गल कीती जा रही है। या फिर ऑप्शन नंबर सी बिहेविंग आइडियली आदर्शक व्यवहार करना। वैसे ਇਹਦਾ मतलब की है? ਇਹਦਾ मतलब ਇਹ ਹੈ ਕਿ ਤੁਸੀਂ खुद ही उस चीज़ों ਨੂੰ फॉलो करोगे ਜਿਹੜੀਆਂ ਚੀਜ਼ਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਬੱਚੇ फॉलो ਕਰਨ। ਭਾਵ ਇਹ ਕਿ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਉਹ ਤੁਹਾਡੇ ਵਿੱਚ ਹੋਣਗੀਆਂ ਫਿਰ ਹੀ ਤੁਸੀਂ ਬੱਚਿਆਂ ਨੂੰ ਸਿਖਾ ਸਕਦੇ ਹੋ ਨਾ। ਮਤਲਬ ਕਿ ਉਸ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦੇਣਾ। ਤੇ ਤੁਹਾਨੂੰ ਕੀ ਲੱਗਦਾ ਹੈ ਇਹ ਜਵਾਬ ਸਹੀ ਹੋਊਗਾ ਜਾਂ ਫਿਰ ਆਪਸ਼ਨ ਨੰਬਰ ਡੀ ਟੈਲਿੰਗ them ਗੁੱਡ ਸਟੋਰੀਜ਼ ਕਿ ਬੱਚਿਆਂ ਨੂੰ ਚੰਗੀਆਂ ਚੰਗੀਆਂ ਕਹਾਣੀਆਂ ਸੁਣਾਓਗੇ ਜਿਹਦੇ ਵਿੱਚ ਮੋਰਲ ਵੈਲਿਊਜ਼ ਦੀ ਗੱਲ ਕੀਤੀ ਜਾ ਸਕਦੀ ਹੈ। ਸੋ ਦੱਸੋ ਤੁਸੀਂ ਸੋਚ ਵਿਚਾਰ ਕਰਕੇ ਕਿ ਇਹਦੇ ਵਿੱਚ ਕਿਹੜਾ ਜਵਾਬ ਹੋਏਗਾ ਜੀ ਉਹ ਸਹੀ ਹੋਏਗਾ। ਕੁਝ ਸੋਚੋ ਐਂਡ ਵੇਖਦੇ ਹਾਂ ਆਪਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕੀ ਲਗਾਵਾਂਗੇ ਆਪਸ਼ਨ ਨੰਬਰ ਸੀ ਲਗਾਵਾਂਗੇ। ਕਿਉਂ? ਕਿਉਂਕਿ ਜਦੋਂ ਵੀ ਆਪਾਂ ਐਜ਼ ਅ ਟੀਚਰ ਆਪਾਂ ਕਿਸੇ ਵੀ ਬੱਚੇ ਨੂੰ ਕੋਈ ਚੀਜ਼ ਸਿਖਾਉਣੀ ਆ ਜਾਂ ਫਿਰ ਆਪਾਂ ਕਹਿਣਾ ਆ ਕਿ ਬੇਟਾ ਤੁਸੀਂ ਪੜ੍ਹੋ ਕਦਰਾਂ ਕੀਮਤਾਂ ਬਾਰੇ ਦੱਸਣਾ ਆ ਤੇ ਆਪਾਂ ਮੇਨਲੀ ਇਹੀ ਫੋਕਸ ਕਰਾਂਗੇ ਨਾ ਕਿ ਬੱਚਾ ਜਿਹੜਾ ਹੈਗਾ ਆ ਉਹ ਸਾਨੂੰ ਵੇਖ ਕੇ ਸਿੱਖੇ। ਜਦੋਂ ਆਪਾਂ ਇੱਕ ਆਦਰਸ਼ ਟੀਚਰ ਹੀ ਨਹੀਂ ਹੈਗੇ ਤੇ ਆਪਾਂ ਕੀ ਕਰ ਸਕਦੇ ਹਾਂ ਬੱਚਿਆਂ ਨੂੰ ਮਤਲਬ ਕਿਵੇਂ ਸਿਖਾ ਸਕਦੇ ਹਾਂ ਨਾ। ਮਤਲਬ ਬੱਚਿਆਂ ਨੇ ਆਪਣੇ ਤੋਂ ਵੇਖ ਕੇ ਹੀ ਸਿੱਖਣਾ ਹੁੰਦਾ। ਜਦੋਂ ਤੱਕ ਆਪਾਂ ਖੁਦ ਨਹੀਂ ਕਰਾਂਗੇ ਤੇ ਬੱਚੇ ਕਿਵੇਂ ਸਿੱਖਣਗੇ। ਇਸ ਤੋਂ ਸੰਬੰਧਿਤ ਇੱਕ ਕਹਾਣੀ ਵੀ ਤੁਸੀਂ ਜ਼ਰੂਰ ਸੁਣੀ ਹੋਊਗੀ ਕਿ ਇੱਕ ਜਿਹੜੀ ਮਦਰ ਹੁੰਦੀ ਆ ਉਹ ਕਿਸੇ ਇੱਕ ਹੁੰਦੇ ਆ ਰਿਸ਼ੀ ਟਾਈਪ ਉਹਨਾਂ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਜੀ ਮੇਰਾ ਜਿਹੜਾ ਬੇਟਾ ਹੈ ਉਹ ਗੁੜ ਬਹੁਤ ਖਾਂਦਾ ਆ, ਮੈਂ ਦੱਸੋ ਇਸ ਬੱਚੇ ਨੂੰ ਕਿਵੇਂ ਸੁਧਾਰਾਂ, ਕਿਵੇਂ ਮੈਂ ਇਹਨੂੰ ਕਹਾਂ ਕਿ ਤੂੰ ਗੁੜ ਨਾ ਖਾਇਆ ਕਰ। ਉਹ ਜਿਹੜਾ ਬੱਚਾ ਸੀਗਾ ਉਸ ਮਦਰ ਦਾ ਉਹਦੀ ਮਾਤਾ ਦਾ ਇੱਕ ਸੀਗਾ ਪਰਸਨ ਮਤਲਬ ਕਿ ਇੱਕ ਬੇਟਾ ਸੀਗਾ ਉਹ ਬਹੁਤ ਜ਼ਿਆਦਾ ਗੁੜ ਖਾਂਦਾ ਸੀ। ਉਹਦੀ ਜਿਹੜੀ ਮੰਮੀ ਸੀਗੀ ਉਹ ਕਿਸੇ ਰਿਸ਼ੀ ਕੋਲ ਗਈ। ਰਿਸ਼ੀ ਨੂੰ ਜਿਹੜਾ ਰਿਸ਼ੀ ਮੁਨੀ ਸੀਗਾ ਰਿਸ਼ੀ ਮੁਨੀ ਨੇ ਕਿਹਾ ਕਿ ਇੰਜ ਕਰਿਓ ਤੁਸੀਂ ਨਾ ਮੇਰੇ ਕੋਲ 3-4 ਦਿਨਾਂ ਬਾਅਦ ਆਇਓ। ਠੀਕ ਹੈ ਜੀ। ਮਤਲਬ ਕਿ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ। ਉਹ ਜਿਹੜੀ ਉਹ ਮਾਤਾ ਸੀਗੀ ਉਹ ਕੀ ਕੀਤਾ ਉਹਨੇ ਉਹ ਮਤਲਬ 3-4 ਦਿਨਾਂ ਬਾਅਦ ਆਈ। ਮਤਲਬ ਉਸ ਤੋਂ ਬਾਅਦ ਜਦੋਂ ਉਹ ਰਿਸ਼ੀ ਮੁਨੀ ਕੋਲ ਪਹੁੰਚੀ ਤੇ ਉਹਨੇ ਕਿਹਾ ਕਿ ਹਾਂਜੀ ਦੱਸੋ। ਫਿਰ ਉਹਨੇ ਬੇਟੇ ਨੂੰ ਕਿਹਾ ਕਿ ਹਾਂ ਬੇਟਾ ਤੂੰ ਗੁੜ ਨਾ ਖਾਇਆ ਕਰ। ਤੇ ਉਹਦੀ ਜਿਹੜੀ ਮਾਤਾ ਸੀਗੀ ਬੜੀ ਹੈਰਾਨੀ ਨਾਲ ਪੁੱਛਿਆ ਕਿ ਜੀ ਤੁਸੀਂ ਇਹ ਗੱਲ ਤੁਸੀਂ 3 ਦਿਨ ਪਹਿਲਾਂ ਵੀ ਤਾਂ ਕਹਿ ਸਕਦੇ ਸੀਗੇ। ਫਿਰ ਉਹਦੇ ਰਿਸ਼ੀ ਮੁਨੀ ਨੇ ਜਵਾਬ ਦਿੱਤਾ ਕਿ 3 ਦਿਨ ਪਹਿਲਾਂ ਮੈਂ ਆਪ ਵੀ ਬਹੁਤ ਗੁੜ ਖਾਂਦਾ ਸੀਗਾ। ਮਤਲਬ ਉਹਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਾਂ ਉਹ ਕੰਮ ਕਿਸੇ ਬੱਚੇ ਨੂੰ ਕਿਵੇਂ ਕਹਿ ਸਕਦੇ ਹਾਂ ਜਿਹਨੂੰ ਆਪਾਂ ਖੁਦ ਹੀ ਜਿਹਦੇ ਤੇ ਆਪਾਂ ਅਮਲ ਨਹੀਂ ਕਰ ਰਹੇ। ਸੋ ਉਮੀਦ ਕਰਦਾ ਤੁਸੀਂ ਇਸ ਪ੍ਰਸ਼ਨ ਨੂੰ ਸਮਝ ਗਏ ਹੋਣੇ ਆ ਕਿ ਜਦੋਂ ਤੱਕ ਆਪਾਂ ਆਈਡੀਅਲ ਤਰੀਕੇ ਨਾਲ ਬਿਹੇਵ ਨਹੀਂ ਕਰਾਂਗੇ ਉਦੋਂ ਤੱਕ ਜਿਹੜੇ ਬੱਚੇ ਹੋਣਗੇ ਉਹ ਵੀ ਨਹੀਂ ਕਰਨਗੇ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਤੇ ਆਪਾਂ ਕੀ ਕਰਦੇ ਹਾਂ ਜੀ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। अगला प्रश्न वेखो जी चिल्ड्रनस एटीट्यूड टुवर्ड पर्सन ऑफ डिफरेंट एथनिक ग्रुप आर जनरली बेस्ड अपॉन कि ਵੱਖ-ਵੱਖ ਨਸਲੀ ਸਮੂਹਾਂ ਦੇ ਵਿਅਕਤੀਆਂ ਪ੍ਰਤੀ ਬੱਚਿਆਂ ਦਾ ਜਿਹੜਾ ਰਵੱਈਆ ਹੈ ਆਮ ਤੌਰ ਤੇ ਆਧਾਰਿਤ ਹੁੰਦਾ ਹੈ। ਕਿਵੇਂ ਆਧਾਰਿਤ ਹੁੰਦਾ ਹੈ? ਮੰਨ ਲਓ ਇੱਕ ਜਿਹੜਾ ਬੱਚਾ ਹੈ ਕਿਸੇ ਹੋਰ ਪਰਸਨ ਨਾਲ ਗੱਲਬਾਤ ਕਰ ਰਿਹਾ ਹੈ। ਪਰਸਨ ਨਾਲ ਗੱਲਬਾਤ ਕਰਦੇ ਟਾਈਮ ਉਹਦਾ ਜਿਹੜਾ ਤਰੀਕਾ ਹੈਗਾ ਆ ਉਹਦਾ ਜਿਹੜਾ ਐਟੀਟਿਊਡ ਹੈਗਾ ਆ ਉਹ ਕਿਹਦੇ ਨਾਲ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ, ਕਿਹਦੇ ਤੇ ਬੇਸਡ ਹੁੰਦਾ ਹੈ? ਕਿ ਉਹਦਾ ਜਿਹੜਾ ਐਟੀਟਿਊਡ ਹੈ ਉਹਦੇ ਜਿਹੜੇ ਮਾਪਿਓ ਹੁੰਦੇ ਨੇ ਉਹਨਾਂ ਦਾ ਰਵੱਈਏ ਨਾਲ ਸੰਬੰਧਿਤ ਹੁੰਦਾ ਹੈ। ਜਾਂ ਫਿਰ ਆਪਸ਼ਨ ਨੰਬਰ ਬੀ ਐਟੀਟਿਊਡ ਆਫ देयर ਪੀਅਰਸ। ਪੀਅਰਸ ਕੌਣ ਹੁੰਦੇ ਨੇ? ਜਿਹੜੇ ਕਿ ਉਹਦੇ ਹਮ ਸਾਥੀ ਹੁੰਦੇ ਨੇ, ਜਿਹੜੇ ਉਹਦੇ ਨਾਲ ਖੇਡਣ ਵਾਲੇ ਦੋਸਤ ਹੁੰਦੇ ਨੇ, ਜਿਨ੍ਹਾਂ ਨਾਲ ਉਹ ਗੱਲਬਾਤ ਕਰਦਾ ਹੈ, ਖੇਡਦਾ ਹੈ, ਹੱਸਦਾ ਹੈ,
ਜਾਂ ਫਿਰ ਆਪਸ਼ਨ ਨੰਬਰ ਸੀ ਇਨਫਲੂਐਂਸ ਆਫ ਟੈਲੀਵਿਜ਼ਨ ਦਾ ਪ੍ਰਭਾਵ, ਕਿ ਟੈਲੀਵਿਜ਼ਨ ਦੇ ਪ੍ਰਭਾਵ ਕਰਕੇ ਜਿਹੜਾ ਉਹਦਾ ਬੱਚੇ ਦਾ ਐਟੀਟਿਊਡ ਹੈਗਾ ਆ ਕਿਸੇ ਹੋਰ ਵਿਅਕਤੀ ਨਾਲ ਜਦੋਂ ਗੱਲਬਾਤ ਕਰਦਾ ਹੈ ਤੇ ਉਹਦੇ ਵਿੱਚ ਐਟੀਟਿਊਡ ਉਹਦਾ ਵਿਖੇਗਾ। ਜਾਂ ਫਿਰ ਆਪਸ਼ਨ ਨੰਬਰ ਡੀ ਐਟੀਟਿਊਡ ਆਫ देयर ਸਿਬਲਿੰਗਸ, ਕਿ ਜਿਹੜੇ ਉਹਦੇ ਭੈਣ ਭਰਾ ਹੁੰਦੇ ਨੇ ਉਹਦਾ ਜਿਹੜਾ ਐਟੀਟਿਊਡਸ ਹੈਗਾ ਆ, ਉਹਨਾਂ ਦਾ ਜਿਹੜਾ ਰਵੱਈਆ ਹੈ ਉਹ ਪ੍ਰਭਾਵਿਤ ਕਰੇਗਾ। ਸੋ ਇਹਦਾ ਸਹੀ ਜਵਾਬ ਕੀ ਹੋਊਗਾ? ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਬੱਚੇ ਦੀ, ਉਹਦਾ ਜਿਹੜਾ ਬੱਚਾ ਹੈ, ਕੋਈ ਵੀ ਜਿਹੜਾ ਇੱਕ ਛੋਟਾ ਬੱਚਾ ਆਪਾਂ ਵੇਖਦੇ ਹਾਂ, ਉਹ ਸਟਾਰਟਿੰਗ ਤੋਂ ਇਮੀਡੀਏਟ এনवायरमेंट ਵਿੱਚ ਕੌਣ ਹੁੰਦਾ ਹੈ? ਇਮੀਡੀਏਟ এনवायरमेंट ਉਹਦੇ ਵਿੱਚ ਉਹਦੀ ਫੈਮਿਲੀ ਹੁੰਦੀ ਹੈ। ਫੈਮਿਲੀ ਦੇ ਵਿੱਚ ਵੀ ਉਹਦੇ ਜਿਹੜੇ ਪੇਰੈਂਟਸ ਹੁੰਦੇ ਨੇ, ਪੇਰੈਂਟਸ ਦੇ ਵਿੱਚ ਉਹਦੀ ਸਪੈਸ਼ਲੀ ਮਦਰ ਹੋਗੀ, ਉਹਦੇ ਜਿਹੜੇ ਫਾਦਰ ਹੋਗੇ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਰ ਸਿਬਲਿੰਗਸ ਵੀ ਤਾਂ ਉਹਦੇ ਨਾਲ ਹੀ ਰਹਿੰਦੇ ਆ, ਜਿਹੜੇ ਉਹਦੇ ਭੈਣ ਭਰਾ ਹੈਗੇ ਆ, ਬਟ ਭੈਣ ਭਰਾ ਤੋਂ ਪਹਿਲਾਂ ਉਹ ਆਪਦੇ ਮਾਪਿਆਂ ਨੂੰ ਮਿਲਦਾ ਨਾ। ਸੋ ਮਾਪਿਓ ਦਾ ਜਿਹੜਾ ਜ਼ਿਆਦਾ ਹੈਗਾ ਪ੍ਰਭਾਵ ਹੈਗਾ ਆ, ਜਿਹੜਾ ਬੱਚਾ ਕਿਸੇ ਨਾਲ ਗੱਲਬਾਤ ਕਰਦਾ ਹੈ ਤੇ ਉਹਦੇ ਵਿੱਚ ਉਹਦੇ ਮਾਪਿਓ ਦਾ ਕਹਿ ਸਕਦੇ ਆ ਕਿ ਉਹ ਰਵੱਈਆ ਜਿਹੜਾ ਹੈਗਾ ਆ ਆਮ ਤੌਰ ਤੇ ਉਹਨਾਂ ਦਾ ਹੀ ਐਟੀਟਿਊਡ ਹੈਗਾ ਆ ਉਹ ਵੇਖਣ ਨੂੰ ਮਿਲਦਾ ਹੈ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕੀ ਹੋਊਗਾ ਜੀ? ਆਪਸ਼ਨ ਨੰਬਰ ਤੁਸੀਂ ਏ ਨੂੰ ਕਰ ਲਓ ਟਿਕ ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ, ਉਹਨਾਂ ਦੇ ਮਾਪਿਓ ਦਾ ਰਵੱਈਆ। ਹਾਲਾਂਕਿ ਪ੍ਰਭਾਵਿਤ ਤਾਂ ਟੈਲੀਵਿਜ਼ਨ ਵੀ ਕਿਤੇ ਨਾ ਕਿਤੇ ਕਰਦਾ ਹੀ ਹੈ ਇਨਡਾਇਰੈਕਟਲੀ, ਬਟ ਆਪਾਂ ਜਿਹੜਾ ਸਹੀ ਜਵਾਬ ਲਗਾਵਾਂਗੇ ਉਹ ਲਾਵਾਂਗੇ ਜੀ ਆਪਸ਼ਨ ਨੰਬਰ ਏ ਨੂੰ ਆਪਾਂ ਟਿਕ ਕਰ ਲੈਂਦੇ ਆ। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਸੋਸ਼ਲਾਈਜੇਸ਼ਨ ਇਜ਼ ਅ ਪ੍ਰੋਸੈਸ ਬਾय ਵਿਚ ਚਿਲਡਰਨ ਐਂਡ ਅਡਲਟਸ ਲਰਨ ਫਰਮ, ਕਿ ਸਮਾਜੀਕਰਨ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਬੱਚੇ ਅਤੇ ਬਾਲਗ ਸਿੱਖਦੇ ਹਨ। ਐਂਡ ਇਸ ਵੀਡੀਓ ਦੇ ਵਿੱਚ ਹੀ ਆਪਾਂ ਇੱਕ ਸੋਸ਼ਲਾਈਜੇਸ਼ਨ ਦੀ ਡੈਫੀਨੇਸ਼ਨ ਵੀ ਰੱਖੀ ਹੋਈ ਆ, ਮਤਲਬ ਕਿ ਸੋਸ਼ਲਾਈਜੇਸ਼ਨ ਆਪਾਂ ਕਹਿੰਦੇ ਕਿਹਨੂੰ ਆ, ਜਿਹਦੇ ਕਰਕੇ ਮੈਂ ਸੋਸ਼ਲਾਈਜੇਸ਼ਨ ਇੱਥੇ ਤਾਂ ਤੁਹਾਨੂੰ ਨਹੀਂ ਦੱਸੂਗਾ, ਬਟ ਆਪਾਂ ਇਹ ਜ਼ਰੂਰ ਦੇਖ ਸਕਦੇ ਹਾਂ ਕਿ ਸਮਾਜੀਕਰਨ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਬੱਚੇ ਅਤੇ ਬਾਲਗ ਸਿੱਖਦੇ ਹਨ। ਕਿਹਦੇ ਦੁਆਰਾ ਸਿੱਖਦੇ ਹਨ? ਕਿ ਉਹ ਫੈਮਿਲੀ ਦੁਆਰਾ ਸਿੱਖਦੇ ਹਨ, ਜਾਂ ਫਿਰ ਸਕੂਲ ਦੁਆਰਾ ਸਿੱਖਦੇ ਹਨ, ਪੀਅਰਸ ਦੁਆਰਾ ਸਿੱਖਦੇ ਹਨ, ਜਾਂ ਫਿਰ ਆਲ ਆਫ ਥੀਸ। ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਹੋਊਗਾ ਸਾਰੇ ਹੀ, ਕਿ ਫੈਮਿਲੀ, ਸਕੂਲ ਤੇ ਪੀਰ ਜਿਹੜੇ ਹੁੰਦੇ ਨੇ, ਸਾਥੀ ਜਿਹੜੇ ਹੁੰਦੇ ਨੇ, ਇਹ ਸਾਰੇ ਹੀ ਇਹਨਾਂ ਸਾਰਿਆਂ ਤੋਂ ਸੋਸ਼ਲਾਈਜੇਸ਼ਨ ਪ੍ਰਕਿਰਿਆ ਵਿੱਚ ਜਿਹੜਾ ਬੱਚਾ ਹੈ ਉਹ ਸਿੱਖਦਾ ਹੈ। ਐਂਡ ਤੁਹਾਨੂੰ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਆਪਣੇ ਫੈਮਿਲੀ ਮੈਂਬਰਸ ਹੁੰਦੇ ਨੇ, ਐਂਡ ਆਪਣੇ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਫੈਮਿਲੀ ਮੈਂਬਰਸ ਤੋਂ ਬਾਅਦ ਜਿਹੜਾ ਆਪਣਾ ਪਰਿਵਾਰ ਹੁੰਦਾ ਹੈ ਉਹਨਾਂ ਨੂੰ ਆਪਾਂ ਪ੍ਰਾਇਮਰੀ ਸੋਸ਼ਲਾਈਜੇਸ਼ਨ ਵਿੱਚ ਕਾਊਂਟ ਕਰਦੇ ਹਾਂ। ਜੇਕਰ ਆਪਾਂ ਸੈਕੰਡਰੀ ਸੋਸ਼ਲਾਈਜੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਕੂਲ ਵਗੈਰਾ ਆ ਜਾਂਦੇ ਆ, ਪੀਰਸ ਵਗੈਰਾ ਆ ਜਾਂਦੇ ਆ। ਸੋ ਉਮੀਦ ਕਰਦਾ ਇਸ ਕੁਐਸਚਨ ਦਾ ਜਿਹੜਾ ਆਨਸਰ ਹੈਗਾ ਤੁਸੀਂ ਆਪਸ਼ਨ ਨੰਬਰ ਡੀ ਲਗਾਇਆ ਹੋਊਗਾ। ਤੇ ਆਪਾਂ ਕੀ ਕਰਾਂਗੇ? ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇਨ ਦਾ ਪ੍ਰੈਜ਼ੈਂਟ ਸਿਚੁਏਸ਼ਨ ਦਾ ਚਿਲਡਰਨ ਮਸਟ ਪੋਸੈਸ ਐਨ ਇੰਪੋਰਟੈਂਟ ਫੈਕਟਰ ਆਫ, ਮੌਜੂਦਾ ਸਥਿਤੀ ਵਿੱਚ ਬੱਚਿਆਂ ਵਿੱਚ ਇੱਕ ਮਹੱਤਵਪੂਰਨ ਕਾਰਕ ਹੋਣਾ ਚਾਹੀਦਾ ਹੈ। ਕੀ ਹੋਣਾ ਚਾਹੀਦਾ ਹੈ ਜੀ? ਕਿ ਉਹ ਬੁੱਧੀ ਹੈ, ਕਿ ਉਹ ਸ਼ਖਸੀਅਤ ਹੈ, ਕਿ ਉਹ ਨੈਤਿਕ ਮੁੱਲ ਹੈ, ਕਿ ਉਹ ਅਨੁਭਵ ਹੈ। ਸੋ ਅੱਜ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਮੌਜੂਦਾ ਸਥਿਤੀ ਵਿੱਚ ਬੱਚਿਆਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਕਾਰਕ ਹੋਣਾ ਚਾਹੀਦਾ ਹੈ। ਜਿਹੜਾ ਕਾਰਕ ਕੀ ਹੈਗਾ ਜੀ? ਉਹ ਹੈ ਜੀ ਮੋਰਲ ਵੈਲਿਊ। ਅੱਜ ਕੱਲ੍ਹ ਬੱਚਿਆਂ ਵਿੱਚ ਜਿਹੜਾ ਨੈਤਿਕ ਮੁੱਲ ਹੈ ਜੀ ਉਹ ਖਤਮ ਹੁੰਦਾ ਜਾ ਰਿਹਾ, ਜਿਹਦੇ ਕਰਕੇ ਆਪਣੇ ਪੰਜਾਬ ਬੋਰਡ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਨਾ ਤੇ ਵੈਲਕਮ ਲਾਈਫ ਇੱਕ ਹੈਗਾ ਜੀ, ਸਵਾਗਤ ਜ਼ਿੰਦਗੀ ਵੀ ਇਹਨਾਂ ਨੇ ਸਬਜੈਕਟ ਐਡ ਕੀਤਾ ਹੋਇਆ, ਜਿਸ ਦੇ ਅਕੋਰਡਿੰਗ ਬੱਚਿਆਂ ਨੂੰ ਕੀ ਕੀਤਾ ਜਾ ਸਕਦਾ ਹੈ? ਬੱਚਿਆਂ ਦੀ ਜ਼ਿੰਦਗੀ ਵਿੱਚ ਨੈਤਿਕ ਮੁੱਲ ਬਾਰੇ ਉਹਨਾਂ ਨੂੰ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਨੇ, ਨੈਤਿਕ ਮੁੱਲ ਦੀ ਮਹੱਤਤਾ ਬਾਰੇ ਦੱਸਿਆ ਜਾ ਸਕਦਾ ਹੈ ਕਿ ਜਿਹੜੀ ਆਪਣੀ ਪੀੜ੍ਹੀ ਹੈਗੀ ਆ ਉਹਨਾਂ ਨੂੰ ਜਿਹੜੀ ਜਾਣਕਾਰੀ ਹੈ ਨੈਤਿਕ ਮੁੱਲਾਂ ਬਾਰੇ ਜਾਣਕਾਰੀ ਹੋਵੇ। ਸੋ ਆਪਸ਼ਨ ਨੰਬਰ ਇੱਥੇ ਸੀ ਜਿਹੜਾ ਜਵਾਬ ਹੈਗਾ ਜੀ ਇਹ ਸਹੀ ਜਵਾਬ ਹੈ ਕਿ ਮੌਜੂਦਾ ਹਾਲਾਤਾਂ ਵਿੱਚ, ਮੌਜੂਦਾ ਸਥਿਤੀ ਵਿੱਚ ਬੱਚੇ ਵਿੱਚ ਇੱਕ ਮਹੱਤਵਪੂਰਨ ਕਾਰਕ ਹੋਣਾ ਚਾਹੀਦਾ ਹੈ ਜਿਹੜਾ ਕਿ ਹੈ ਮੋਰਲ ਵੈਲਿਊਜ਼। ਅਗਲੇ ਪ੍ਰਸ਼ਨ ਨੂੰ ਵੇਖਦੇ ਹਾਂ। ਪ੍ਰਿੰਟ ਮੀਡੀਆ ਐਂਡ ਇਲੈਕਟ੍ਰੋਨਿਕ ਮੀਡੀਆ ਮਸਟ ਪ੍ਰੋਜੈਕਟ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਪ੍ਰੋਜੈਕਟ ਕਰਨਾ ਚਾਹੀਦਾ ਹੈ ਐਕਸੈਪਟੇਬਲ ਨੈਗੇਟਿਵ ਸਾਈਡ ਆਫ ਲਾਈਫ, ਕਿ ਇੱਕ ਜਿਹੜਾ ਮੀਡੀਆ ਤੁਸੀਂ ਵੇਖਿਆ ਨਾ, ਅਖਬਾਰਾਂ ਹੋ ਗਈਆਂ ਜੀ, ਅਖਬਾਰਾਂ ਤੋਂ ਬਾਅਦ ਆਪਣੇ ਜਿਹੜੇ ਟੈਲੀਵਿਜ਼ਨ ਹੋ ਗਏ, ਆਪਣਾ ਜਿਹੜਾ YouTube ਹੋ ਗਿਆ, ਆਪਣੇ ਜਿਹੜੇ ਡਿਜੀਟਲ ਹੋਰ ਵੀ ਕਾਫੀ ਸਾਰੇ ਤੁਸੀਂ ਵੇਖ ਸਕਦੇ ਹੋ ਜਿਹਦੇ ਥਰੂ ਆਪਾਂ ਨੂੰ ਮੀਡੀਆ ਦੀਆਂ ਖਬਰਾਂ ਮਿਲਦੀਆਂ ਨੇ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਹੈਗੀਆਂ ਨੇ, ਜਿਵੇਂ ਕਿ ਮੈਗਜ਼ੀਨ ਵੀ ਹੋ ਸਕਦੀ ਹੈ, ਨਿਊਜ਼ਪੇਪਰ ਹੋ ਸਕਦਾ ਹੈ। ਸੋ ਉਹਨਾਂ ਦਾ ਮੇਨ ਕੀ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਕੀ ਵਿਖਾਉਣਾ ਚਾਹੀਦਾ ਹੈ? ਐਕਸੈਪਟੇਬਲ ਨੈਗੇਟਿਵ ਸਾਈਡ ਆਫ ਲਾਈਫ, ਕਿ ਜੀਵਨ ਦਾ ਸਵੀਕਾਰਯੋਗ ਨਕਾਰਾਤਮਕ ਪੱਖ, ਕਿ ਜਿਹੜੀਆਂ ਵੀ ਗੱਲਾਂ ਹੈਗੀਆਂ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਸਾਈਡ ਉਹ ਵਿਖਾਉਣੀ ਚਾਹੀਦੀ ਹੈ, ਜਾਂ ਫਿਰ ਐਕਸੈਪਟੇਬਲ ਪੋਜ਼ਿਟਿਵ ਸਾਈਡ ਆਫ ਲਾਈਫ, ਕਿ ਜੀਵਨ ਦਾ ਸਵੀਕਾਰਯੋਗ ਸਕਾਰਾਤਮਕ ਪੱਖ। ਆਪਸ਼ਨ ਨੰਬਰ ਸੀ ਪੋਜ਼ਿਟਿਵ ਐਂਡ ਨੈਗੇਟਿਵ ਸਾਈਡਸ ਆਫ ਲਾਈਫ, ਜੀਵਨ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ, ਜਾਂ ਫਿਰ ਆਪਸ਼ਨ ਨੰਬਰ ਡੀ ਸੇਮੀ ਸਾਈਡ ਆਫ ਲਾਈਫ, ਕਿ ਜੀਵਨ ਦਾ ਸਹਿਜ ਪੱਖ। ਜੇਕਰ ਆਪਾਂ ਇਹਦੀ ਗੱਲ ਕਰੀਏ ਇਹਦੇ ਵਿੱਚ ਸਹੀ ਜਵਾਬ ਕੀ ਹੋਊਗਾ? ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਨਾ ਤੇ ਆਪਾਂ ਨੂੰ
ਜਿਹੜਾ ਮੀਡੀਆ ਹੈਗਾ ਉਹ ਸਾਰੀਆਂ ਹੀ ਚੀਜ਼ਾਂ ਵਿਖਾਵੇ। ਮਤਲਬ ਇਹ ਨਾ ਹੋਵੇ ਕਿ ਆਪਾਂ ਨੂੰ ਇੱਕ ਸਾਈਡ ਰਿਪੋਰਟਿੰਗ ਕਰ ਦੇਵੇ, ਜਿਵੇਂ ਕਿ ਅੱਜ ਕੱਲ੍ਹ ਆਪਾਂ ਵੇਖਦੇ ਹੀ ਹਾਂ ਕਿ ਕਈ ਵਾਰ ਆਪਾਂ ਨੂੰ ਮੀਡੀਆ ਦੇ ਵਿੱਚ ਸਹੀ ਖਬਰਾਂ ਨਹੀਂ ਵਿਖਾਈਆਂ ਜਾਂਦੀਆਂ ਹੈ ਨਾ। ਉਹਦੇ ਪਿੱਛੇ ਚਲੋ ਜੋ ਵੀ ਕਾਰਨ ਹੋਵੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਬਟ ਫਿਰ ਵੀ ਆਪਾਂ ਨੂੰ ਐਜ਼ ਅ ਮੀਡੀਆ ਜਦੋਂ ਵੀ ਆਪਾਂ ਵੇਖਦੇ ਹਾਂ, ਭਾਵੇਂ ਅਖਬਾਰਾਂ ਹੋਣ, ਭਾਵੇਂ ਉਹ ਟੀਵੀ ਟੈਲੀਵਿਜ਼ਨ ਹੋਵੇ, ਉਹਦੇ ਵਿੱਚ ਆਪਾਂ ਨੂੰ ਜੋ ਕੁਝ ਵੀ ਮੀਡੀਆ ਵਿਖਾ ਰਿਹਾ, ਮੀਡੀਆ ਨੂੰ ਕੀ ਚਾਹੀਦਾ ਹੈ ਕਿ ਆਪਾਂ ਨੂੰ ਪੋਜ਼ਿਟਿਵ ਚੀਜ਼ਾਂ ਵੀ ਵਿਖਾਵੇ, ਨੈਗੇਟਿਵ ਸਾਈਡਸ ਆਫ ਲਾਈਫ ਵਿਖਾਵੇ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਸੀ ਕੀ ਹੈ ਜੀ, ਇਹਦੇ ਤੇ ਤੁਸੀਂ ਕਰ ਲਓਗੇ ਟਿਕ, ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਅੱਗੇ ਚੱਲਦੇ ਹਾਂ ਜੀ, ਅਗਲਾ ਪ੍ਰਸ਼ਨ ਵੇਖੋ ਕੀ ਲਿਖਿਆ ਹੋਇਆ। ਇਨ ਦਾ ਕੰਟੈਕਸਟ ਆਫ ਐਜੂਕੇਸ਼ਨ ਸੋਸ਼ਲਾਈਜੇਸ਼ਨ ਮੀਨ, ਸੋਸ਼ਲਾਈਜੇਸ਼ਨ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਸੀ ਨਾ, ਸੋਸ਼ਲਾਈਜੇਸ਼ਨ ਨੂੰ ਆਪਾਂ ਪੰਜਾਬੀ ਵਿੱਚ ਸਮਾਜੀਕਰਨ ਕਹਿੰਦੇ ਆ, ਤੇ ਸਿੱਖਿਆ ਦੇ ਸੰਦਰਭ ਵਿੱਚ ਸਮਾਜੀਕਰਨ ਦਾ ਮਤਲਬ ਕੀ ਹੈ। ਸਮਾਜੀਕਰਨ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਰਿਸਪੈਕਟਿਵ ਐਲਡਰਸ ਇਨ ਸੋਸਾਇਟੀ, ਰਿਸਪੈਕਟਿੰਗ ਐਲਡਰਸ ਇਨ ਸੋਸਾਇਟੀ, ਕਿ ਸਮਾਜ ਵਿੱਚ ਬਜ਼ੁਰਗਾਂ ਦਾ ਆਦਰ ਕਰਨਾ ਕੀ ਸਮਾਜੀਕਰਨ ਹੈ। ਜਾਂ ਫਿਰ ਆਪਸ਼ਨ ਨੰਬਰ ਬੀ, ਅਡੈਪਟਿੰਗ ਐਂਡ ਐਡਜਸਟਿੰਗ ਟੂ ਸੋਸ਼ਲ ਐਨਵਾਇਰਨਮੈਂਟ, ਸਮਾਜਿਕ ਵਾਤਾਵਰਣ ਨੂੰ ਅਨੁਕੂਲ ਬਣਾਉਣਾ ਅਤੇ ਅਨੁਕੂਲ ਕਰਨਾ। ਜਾਂ ਫਿਰ ਆਪਸ਼ਨ ਨੰਬਰ ਸੀ, ਆਲਵੇਜ਼ ਫੋਲੋਇੰਗ ਸੋਸ਼ਲ ਨੋਰਮਸ, ਹਮੇਸ਼ਾ ਸਮਾਜਿਕ ਨਿਯਮਾਂ ਦਾ ਪਾਲਣ ਕਰਨਾ। ਜਾਂ ਫਿਰ ਆਪਸ਼ਨ ਨੰਬਰ ਡੀ, ਕ੍ਰੀਏਟਿੰਗ ਵਨਸ ਓਨ ਸੋਸ਼ਲ ਨੋਰਮਸ, ਆਪਣੇ ਖੁਦ ਦੇ ਸਮਾਜਿਕ ਨਿਯਮਾਂ ਨੂੰ ਬਣਾਉਣਾ, ਆਪਣੇ ਖੁਦ ਦੇ ਸਮਾਜਿਕ ਨਿਯਮਾਂ ਨੂੰ ਬਣਾ ਕੇ ਕੀ ਆਪਾਂ ਉਹਨੂੰ ਸਮਾਜੀਕਰਨ ਦਾ ਨਾਮ ਦਿੰਦੇ ਆ? ਬਿਲਕੁਲ ਨਹੀਂ। ਆਪਸ਼ਨ ਨੰਬਰ ਡੀ ਵੀ ਐਲੀਮੀਨੇਟ ਹੋ ਗਿਆ। ਆਲਵੇਜ਼ ਫੋਲੋਇੰਗ ਸੋਸ਼ਲ ਨੋਰਮ, ਹਮੇਸ਼ਾ ਸਮਾਜਿਕ ਨਿਯਮਾਂ ਦਾ ਪਾਲਣ ਕਰਨਾ, ਇਹ ਵੀ ਸਮਾਜੀਕਰਨ ਦੀ ਡੈਫੀਨੇਸ਼ਨ ਨਹੀਂ ਹੈਗੀ ਜੀ। ਕੀ ਆਪਸ਼ਨ ਨੰਬਰ ਬੀ ਸਹੀ ਹੈ ਜੀ? ਅਡੈਪਟਿੰਗ ਐਂਡ ਐਡਜਸਟਿੰਗ ਟੂ ਸੋਸ਼ਲ ਐਨਵਾਇਰਨਮੈਂਟ, ਕੀ ਸਮਾਜਿਕ ਵਾਤਾਵਰਣ ਨੂੰ ਅਨੁਕੂਲ ਬਣਾਉਣਾ ਅਤੇ ਅਨੁਕੂਲ ਕਰਨਾ, ਕੀ ਇਹਦਾ ਇਹ ਜਵਾਬ ਸਹੀ ਹੈਗਾ ਜੀ? ਜਾਂ ਫਿਰ ਆਪਸ਼ਨ ਨੰਬਰ ਏ ਕਿ ਰਿਸਪੈਕਟਿੰਗ ਐਲਡਰਸ ਇਨ ਸੋਸਾਇਟੀ, ਇਹ ਜਵਾਬ ਨਹੀਂ ਹੈਗਾ ਜੀ। ਜਦ ਇਹ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਪਾਰਟ ਹੈ, ਬਟ ਅਡੈਪਟਿੰਗ ਐਂਡ ਐਡਜਸਟਿੰਗ ਟੂ ਸੋਸ਼ਲ ਐਨਵਾਇਰਨਮੈਂਟ, ਕਿ ਸਮਾਜਿਕ ਵਾਤਾਵਰਣ ਨੂੰ ਅਨੁਕੂਲ ਬਣਾਉਣਾ ਅਤੇ ਅਨੁਕੂਲ ਕਰਨਾ, ਭਾਵ ਕਿ ਆਪਾਂ ਸੋਸ਼ਲ ਐਨਵਾਇਰਨਮੈਂਟ ਵਿੱਚ ਜਦੋਂ ਆਪਾਂ ਕੁਝ ਰੂਲਸ ਹੁੰਦੇ ਨੇ, ਕੁਝ ਨੋਰਮਸ ਹੁੰਦੇ ਨੇ ਸੋਸਾਇਟੀ ਦੇ, ਉਹਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੰਦੇ ਆ, ਵੱਡਿਆਂ ਦੀਆਂ ਰਿਸਪੈਕਟ ਕਰਨਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦਾ ਕਹਿਣਾ ਮੰਨਦੇ ਆ ਜੀ, ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਸਿੱਖਦੇ ਆ, ਜਦੋਂ ਕੋਈ ਆਪਣੇ ਕੋਲੋਂ ਦੀ ਲੰਘਦਾ ਹੈ ਉਹਨਾਂ ਨੂੰ ਗ੍ਰੀਟ ਕਰਦੇ ਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਸੋ ਇਹ ਸਭ ਕੀ ਹੈ? ਇਹ ਸਭ ਸਮਾਜੀਕਰਨ ਦਾ ਹੀ ਪਾਰਟ ਹੈ ਨਾ। ਸੋ ਆਪਸ਼ਨ ਨੰਬਰ ਬੀ ਇਸ ਦਾ ਕੀ ਹੈ ਜੀ? ਆਪਸ਼ਨ ਨੰਬਰ ਇੱਥੇ ਬੀ ਤੁਹਾਡਾ ਸਹੀ ਜਵਾਬ ਹੈਗਾ ਜੀ। ਆਪਸ਼ਨ ਨੰਬਰ ਬੀ ਨੂੰ ਕਰੋ ਟਿਕ, ਤੇ ਆਪਾਂ ਚੱਲਦੇ ਹਾਂ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਪ੍ਰਸ਼ਨ ਵੇਖੋ, ਇਨ ਵਿਚ ਆਫ ਦਾ ਫੋਲੋਇੰਗ ਸਟੇਜ ਡੂ ਚਿਲਡਰਨ ਬਿਕਮ ਐਕਟਿਵ ਮੈਂਬਰ ਆਫ देयर ਪੀਅਰ ਗਰੁੱਪਸ, ਹੇਠਾਂ ਦਿੱਤੇ ਪੜਾਵਾਂ ਵਿੱਚੋਂ ਕਿਹੜਾ ਪੜਾਅ ਵਿੱਚ ਬੱਚੇ ਆਪਣੇ ਪੀਅਰ ਗਰੁੱਪ ਦੇ ਸਰਗਰਮ ਮੈਂਬਰ ਬਣਦੇ ਹੈਗੇ ਆ। ਇਹਦੇ ਵਿੱਚ ਇਹ ਪੁੱਛਿਆ ਜਾ ਰਿਹਾ ਕਿ ਕਿਹੜੀ ਸਟੇਜ ਹੈਗੀ ਆ ਕਿ ਜਿਹੜੇ ਬੱਚੇ ਆ ਉਹ ਐਕਟਿਵ ਮੈਂਬਰ ਬਣ ਜਾਂਦੇ ਨੇ ਪੀਅਰ ਗਰੁੱਪ ਦੇ ਆਪਦੇ। ਕੀ ਉਹ ਅਡੋਲਸੈਂਸ ਹੈ, ਕੀ ਉਹ ਅਡਲਟਹੁੱਡ ਹੈ, ਕੀ ਉਹ ਅਰਲੀ ਚਾਈਲਡਹੁੱਡ ਪੀਰੀਅਡ ਹੈ, ਜਾਂ ਫਿਰ ਉਹ ਚਾਈਲਡਹੁੱਡ ਪੀਰੀਅਡ ਹੈ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ, ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਹੋਊਗਾ ਐਡੋਲਸੈਂਸ ਪੀਰੀਅਡ ਵਿੱਚ। ਐਡੋਲਸੈਂਸ ਪੀਰੀਅਡ ਵਿੱਚ ਜਿਹੜੇ ਬੱਚੇ ਹੁੰਦੇ ਨੇ ਜੀ ਉਹ ਕੀ ਕਰਦੇ ਨੇ? ਐਕਟਿਵ ਮੈਂਬਰ ਬਣਨੇ ਸ਼ੁਰੂ ਹੋ ਜਾਂਦੇ ਨੇ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿਹਦੀ? ਬੱਚਿਆਂ ਦੀਆਂ, ਕਿ ਉਹ ਐਕਟਿਵ ਮੈਂਬਰ ਆਫ देयर ਪੀਅਰ ਗਰੁੱਪ ਬਣਨੇ ਸ਼ੁਰੂ ਹੋ ਜਾਂਦੇ ਆ ਐਡੋਲਸੈਂਸ ਏਜ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ। ਕਿਹੜੀ ਏਜ ਦੇ ਵਿੱਚ ਜੀ? ਐਡੋਲਸੈਂਸ ਏਜ ਦੇ ਵਿੱਚ। ਸੋ ਆਪਸ਼ਨ ਨੰਬਰ ਏ ਇਸ ਦਾ ਸਹੀ ਜਵਾਬ ਹੈਗਾ ਜੀ। ਆਪਸ਼ਨ ਨੰਬਰ ਏ ਨੂੰ ਟਿਕ ਕਰ ਲਓ, ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ, ਜਿਹੜਾ ਕਿ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈ। ਇਫ ਦ ਪੀਪਲ ਆਫ ਦ ਸੋਸਾਇਟੀ ਹੈਜ਼ ਰਾਈਟ ਅਚੀਵਮੈਂਟ ਮੋਟੀਵੇਸ਼ਨ, ਦ ਇਕਨੋਮਿਕ ਗਰੋਥ ਇਨਕਰੀਜ਼es ਐਂਡ ਦ ਸੋਸਾਇਟੀ ਗੈਟ ਮੋਡਰਨਾਈਜ਼, ਇਟ ਇਜ਼ ਗਿਵਨ ਇਨ ਦਾ ਬੁੱਕ। ਮਤਲਬ ਇਹ ਇੱਕ ਲਾਈਨ ਹੈਗੀ ਆ ਜਿਹੜੀ ਕਿਸੇ ਕਿਤਾਬ ਵਿੱਚ ਲਿਖੀ ਗਈ ਹੈ। ਐਂਡ ਇਸ ਪ੍ਰਸ਼ਨ ਦੇ ਜਿਹੜੇ ਆਪਸ਼ਨਾਂ ਦਿੱਤੀਆਂ ਹੋਈਆਂ, ਮੈਂ ਇਹਨਾਂ ਨੂੰ ਇੰਗਲਿਸ਼ ਵਿੱਚ, ਪੰਜਾਬੀ ਵਿੱਚ ਨਹੀਂ ਲਿਖਿਆ ਹੋਇਆ, ਕਿਉਂਕਿ ਉਹਨਾਂ ਦੀ ਜਿਹੜੀ ਟਰਾਂਸਲੇਸ਼ਨ ਸੀਗੀ ਉਹ ਚੰਗੇ ਤਰੀਕੇ ਨਾਲ ਨਹੀਂ ਬਣ ਰਹੀ ਸੀਗੀ। ਐਂਡ ਇਹ ਸਾਰੀਆਂ ਬੁੱਕਸ ਦੇ ਨਾਮ ਹੈਗੇ ਆ ਜੀ। ਸੋ ਜਿਹਦੇ ਕਰਕੇ ਇਹਦਾ ਮੈਂ ਪੰਜਾਬੀ ਚ ਅਨੁਵਾਦ ਨਹੀਂ ਕੀਤਾ, ਬਟ ਚਲੋ ਇਹਦਾ ਜਵਾਬ ਦਿਓ ਕੀ ਹੋਊਗਾ। ਜੇਕਰ ਸਮਾਜ ਦੇ ਲੋਕਾਂ ਕੋਲ ਉੱਚ ਪ੍ਰਾਪਤੀ ਦੀ ਪ੍ਰੇਰਨਾ ਹੈ ਤਾਂ ਆਰਥਿਕ ਵਿਕਾਸ ਵੱਧਦਾ ਹੈ ਅਤੇ ਸਮਾਜ ਦਾ ਆਧੁਨਿਕੀਕਰਨ ਹੁੰਦਾ ਹੈ। ਕਿਤਾਬ ਵਿੱਚ ਦਿੱਤਾ ਗਿਆ ਹੈ, ਕਿਹੜੀ ਕਿਤਾਬ ਵਿੱਚ ਦਿੱਤਾ ਗਿਆ ਹੈ? ਕੀ ਇਹ ਅਚੀਵਿੰਗ ਸੋਸਾਇਟੀ ਹੈ, ਅਚੀਵਮੈਂਟ ਆਫ ਸੋਸਾਇਟੀ ਹੈ, ਸੋਸਾਇਟੀ ਐਂਡ ਅਚੀਵਮੈਂਟ ਹੈ, ਜਾਂ ਫਿਰ ਸੋਸਾਇਟੀ ਐਂਡ ਇਟਸ ਡਿਵੈਲਪਮੈਂਟ ਹੈ? ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ, ਦ ਅਚੀਵਿੰਗ ਸੋਸਾਇਟੀ ਨਾਮ ਦੀ ਕਿਤਾਬ ਹੈਗੀ ਆ, ਜਿਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜੇਕਰ ਕਿਸੇ ਸੋਸਾਇਟੀ ਵਿੱਚ ਹਾਈ ਅਚੀਵਮੈਂਟਸ ਮੋਟੀਵੇਸ਼ਨ ਹੈਗੀਆਂ ਨੇ ਤੇ ਉਹਨਾਂ ਦੀ ਜਿਹੜੀ ਇਕਨੋਮਿਕ ਗਰੋਥ ਹੈਗੀ ਆ ਉਹ ਵਧੂਗੀ, ਤੇ ਲੋਕਾਂ ਦੀ ਵੀ ਜਿਹੜੀ ਇਕਨੋਮਿਕ ਗਰੋਥ ਹੈਗੀ ਆ ਉਹ ਵਧੂਗੀ, ਐਂਡ ਸੋਸਾਇਟੀ ਜਿਹੜੀ ਹੈਗੀ ਆ ਉਹ ਮਾਡਰਨਾਈਜ਼ਡ ਹੋਊਗੀ, ਆਧੁਨਿਕੀਕਰਨ ਵੱਲ ਵਧੂਗੀ। ਇਹ ਲਿਖਿਆ ਗਿਆ ਸੀਗਾ ਜੀ ਕਿਤਾਬ ਵਿੱਚ, ਆਪਸ਼ਨ ਨੰਬਰ ਏ ਦਾ ਅਚੀਵਿੰਗ ਸੋਸਾਇਟੀ ਦੇ ਵਿੱਚ। ਉਮੀਦ ਕਰਦਾ ਸੈਸ਼ਨ ਨੂੰ ਤੁਸੀਂ ਇੰਜੋਏ ਕੀਤਾ ਹੋਊਗਾ। ਜੇਕਰ ਤੁਹਾਨੂੰ ਲੱਗਦਾ ਹੈ ਆਪਾਂ ਕੁਝ ਐਫਰਟ ਕਰ ਰਹੇ ਹਾਂ ਤੁਹਾਡੇ ਲਈ, ਤੁਹਾਡੇ ਪੀਐਸ ਟੈਟ ਦਾ ਜਿਹੜਾ ਮਟੀਰੀਅਲ ਹੈਗਾ ਜੀ, ਮੇਰੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਬੈਸਟ ਤੋਂ ਬੈਸਟ ਜਿਹੜਾ ਮਟੀਰੀਅਲ ਹੈਗਾ ਜੀ
ਇਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂ। ਜਿਹੜਾ ਵੀ ਆਪਾਂ ਕੰਟੈਂਟ ਤਿਆਰ ਕਰਦੇ ਆ, ਜਿਵੇਂ ਕਿ ਜਿਹੜੇ ਵੀ ਪ੍ਰਸ਼ਨ ਨੇ ਜੀ ਇਹਨਾਂ ਨੂੰ ਟਾਈਪ ਕਰਨ ਲੱਗਿਆ ਜੀ ਕਾਫੀ ਸਮਾਂ ਲੱਗ ਜਾਂਦਾ ਹੈ। ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ। ਐਂਡ ਤੁਸੀਂ ਇਸ ਗੱਲ ਨੂੰ ਵੀ ਨੋਟਿਸ ਕੀਤਾ ਹੋਣਾ ਕਿ ਮੈਂ ਇੱਕ ਸਿਰਫ ਸਟਾਰਟਿੰਗ ਦੇ ਵਿੱਚ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨ ਨੂੰ ਕਹਿਣਾ, ਉਹਦੇ ਵਿੱਚ ਮੈਂ ਕੋਈ ਵੀ ਇੱਧਰ ਉੱਧਰ ਦੀ ਫालतू ਗੱਲ ਨਹੀਂ ਕਰਦਾ। ਜਿੰਨੀ ਵੀ ਗੱਲ ਹੁੰਦੀ ਹੈ ਕਿ ਹਾਂ ਵੀ ਆਪਾਂ ਜਿਹੜਾ ਵੀ ਟੌਪਿਕ ਕਰਨਾ ਹੁੰਦਾ, ਮੈਂ ਨਹੀਂ ਚਾਹੁੰਦਾ ਹੁੰਦਾ ਕਿ ਤੁਸੀਂ ਵਿੱਚ ਡਿਸਟਰਬ ਹੋਵੋ। ਸੋ ਤੁਹਾਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਪਾਂ ਸੈਸ਼ਨ ਬਣਾ ਰਹੇ ਹਾਂ ਤੁਸੀਂ ਇਹਨਾਂ ਨੂੰ ਲਾਈਕ ਕਰਿਆ ਕਰੋ, ਵੱਧ ਤੋਂ ਵੱਧ ਆਪਦੇ ਦੋਸਤਾਂ ਤੱਕ ਵੀ ਸ਼ੇਅਰ ਕਰਿਆ ਕਰੋ। ਉਹਨਾਂ ਨੂੰ ਵੀ ਦੱਸਿਆ ਕਰੋ ਕਿ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੇ ਇੱਕ ਸਰ ਹੈਗੇ ਆ, ਉਹ ਪੜਾਉਂਦੇ ਹੈਗੇ ਆ, ਜਿਹੜਾ ਕਿ ਆਪਣਾ ਚੈਨਲ ਹੈ, ਤੁਹਾਡਾ ਚੈਨਲ ਹੀ ਹੈ। ਕਾਫੀ ਮਤਲਬ ਜੋ ਕੁਝ ਵੀ ਆਪਾਂ ਮਟੀਰੀਅਲ ਪ੍ਰੋਵਾਈਡ ਕਰਵਾ ਰਹੇ ਹਾਂ ਸਾਰਾ ਕੁਝ ਫ੍ਰੀ ਆਫ ਕਾਸਟ ਹੀ ਹੁੰਦਾ ਹੈ। ਐਂਡ PDF ਵੀ ਤੁਹਾਨੂੰ ਪਤਾ ਹੀ ਹੈ ਕਿ ਇਸ ਸੈਸ਼ਨ ਨੂੰ ਖਤਮ ਹੋਣ ਤੋਂ ਬਾਅਦ ਜਦੋਂ ਵੀ ਮੈਂ ਟੈਲੀਗ੍ਰਾਮ ਚੈਨਲ ਤੇ ਲਿੰਕ ਭੇਜਦਾ ਹੁੰਦਾ ਇਸ ਸੈਸ਼ਨ ਦਾ, ਆਪਾਂ ਉੱਥੇ PDF ਵੀ ਸ਼ੇਅਰ ਕਰ ਦਿੰਦੇ ਹੁੰਦੇ ਆ ਜਿੰਨੀਆਂ ਵੀ ਆਪਣੀਆਂ ਕਲਾਸਿਸ ਹੁੰਦੀਆਂ ਨੇ। ਸੋ ਉੱਥੇ ਜਾ ਕੇ ਤੁਸੀਂ PDF ਵੀ ਡਾਊਨਲੋਡ ਕਰ ਸਕਦੇ ਹੋ। ਸੋ ਉਮੀਦ ਮੈਂ ਇਹੀ ਕਰੂੰਗਾ 10 ਪ੍ਰਸ਼ਨ ਦੇ ਵਿੱਚੋਂ ਤੁਹਾਡੇ ਕਾਫੀ ਵਧੀਆ ਨੰਬਰ ਆਏ ਹੋਣਗੇ ਐਂਡ ਸਾਰੀਆਂ ਗੱਲਾਂ ਤੁਹਾਨੂੰ ਸਮਝ ਵੀ ਲੱਗ ਗਈਆਂ ਹੋਣਗੀਆਂ। ਐਟ ਲਾਸਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਵੀ ਲਾਈਕ ਕਰ ਦਿਓ, ਕਮੈਂਟ ਵੀ ਜ਼ਰੂਰ ਕਰਕੇ ਦੱਸਿਓ ਕਲਾਸ ਕਿਹੋ ਜਿਹੀ ਲੱਗੀ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।